ਹੈਲੋ ਡੀਅਰ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਇਸ ਵੀਡੀਓ ਦੇ ਵਿੱਚ ਬੱਚੇ ਅਸੀਂ 7th ਯੂਨਿਟ ਦੇ 5 ਮਾਰਕਸ ਦੇ ਲੌਂਗ ਕੁਐਸਚਨਸ ਡਿਸਕਸ ਕਰਾਂਗੇ। ਕਿਹੜੇ ਕੁਐਸਚਨਸ ਮੋਸਟ ਇੰਪੋਰਟੈਂਟ ਕੁਐਸਚਨਸ ਹੈ, ਸਾਰੇ ਦੇ ਸਾਰੇ ਬੱਚੇ ਕੁਐਸਚਨਸ ਦੇ ਆਨਸਰਸ ਵੀ ਤੁਹਾਨੂੰ ਪ੍ਰੋਵਾਈਡ ਕਰ ਦਿੱਤੇ ਜਾਣਗੇ। ਸੋ ਤੁਸੀਂ ਸਕਰੀਨਸ਼ਾਟ ਲੈ ਸਕਦੇ ਆ ਜਾਂ ਐਕੂਰੇਟ ਦੀ ਬੁੱਕ ਅਗਰ ਤੁਹਾਡੇ ਕੋਲ ਹੈ ਤਾਂ ਬੱਚੇ ਵੈਲ ਐਂਡ ਗੁੱਡ ਹੈ। ਅਦਰਵਾਈਜ਼ ਜੋ ਵੀ ਮੋਸਟ ਇੰਪੋਰਟੈਂਟ ਕੁਐਸਚਨ ਹੋਣਗੇ ਉਹਦੇ ਸਭ ਦੇ ਆਨਸਰ ਜਿਹੜੇ ਆ ਮੈਂ ਤੁਹਾਨੂੰ ਸਕਰੀਨ 'ਤੇ ਸ਼ੋਅ ਕਰ ਦਿਆਂਗੀ। ਬੱਚੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਆ, ਠੀਕ ਹੈ। ਸੋ ਪਹਿਲਾਂ ਤਾਂ ਦੇਖੋ ਕਿ ਜੋ 7th ਯੂਨਿਟ ਹੈ ਇਹਦੇ ਅੰਦਰ 3 ਚੈਪਟਰਸ ਹੈ। ਸੋ ਇਹਨਾਂ 3 ਚੈਪਟਰਸ ਦੇ ਵਿੱਚੋਂ ਯੂਨਿਟ ਜੋ ਚੈਪਟਰ ਨੰਬਰ 1 ਹੈ, 9th ਚੈਪਟਰ ਹੈ ਬੱਚੇ, ਮਕੈਨੀਕਲ ਪ੍ਰੋਪਰਟੀ ਆਫ ਸੋਲਿਡ। ਇਹਦੇ ਵਿੱਚੋਂ 5 ਮਾਰਕਸ ਦਾ ਕੋਈ ਵੀ ਕੁਐਸਚਨ ਨਹੀਂ ਆਏਗਾ। ਇਟ ਮੀਨਸ ਸਾਨੂੰ ਇਸ ਚੈਪਟਰ ਦੇ ਵਿੱਚੋਂ ਕੋਈ ਵੀ ਲੌਂਗ ਕੁਐਸਚਨਸ ਪ੍ਰਿਪੇਅਰ ਕਰਨ ਦੀ ਜ਼ਰੂਰਤ ਨਹੀਂ ਆ। ਇਹਦੇ ਵਿੱਚ ਬੱਚੇ 1 ਐਂਡ 2 ਮਾਰਕਸ ਦੇ ਕੁਐਸਚਨਸ ਆਉਣਗੇ। ਸੋ ਬੱਚੇ ਅਸੀਂ ਲਾਸਟ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਵੀ ਕਿਹੜੇ ਕਿਹੜੇ ਕਹਿ ਲਓ ਮੋਸਟ ਇੰਪੋਰਟੈਂਟ ਕੁਐਸਚਨਸ ਹੈ। ਸੋ ਬੱਚੇ ਲਾਈਕ ਸਟ੍ਰੈਸ ਸਟ੍ਰੇਨ ਹੋ ਗਿਆ, ਯੰਗਸ ਮੋਡੂਲਸ ਹੋ ਗਿਆ। ਸੋ ਉਹ ਵਾਲੇ ਲੌਂਗ ਕੁਐਸਚਨ ਤੁਹਾਨੂੰ ਪ੍ਰਿਪੇਅਰ ਕਰਨ ਦੀ ਜ਼ਰੂਰਤ ਨਹੀਂ ਆ। ਸੋ ਹੁਕਸ ਲਾਅ ਹੋ ਗਿਆ ਬੱਚੇ 1 ਮਾਰਕਸ ਐਂਡ 2 ਮਾਰਕਸ ਲਈ ਪ੍ਰਿਪੇਅਰ ਕਰੋ। ਯੰਗਸ ਮੋਡੂਲਸ ਵੀ ਬੱਚੇ 1 ਐਂਡ 2 ਮਾਰਕਸ ਦੇ ਲਈ ਪ੍ਰਿਪੇਅਰ ਕਰੋ। ਸਿਮਿਲਰਲੀ ਪੋਇਜ਼ਨਸ ਰੇਸ਼ੋ ਆ, ਬਲਕ ਮੋਡੂਲਸ ਆ, ਸਟ੍ਰੈਸ ਸਟ੍ਰੇਨ ਕਰਵ ਆ। ਸੋ ਬੱਚੇ ਸਾਰੇ ਜਿਹੜੇ ਆ 1 ਔਰ 2 ਮਾਰਕਸ ਦੇ ਲਈ ਪ੍ਰਿਪੇਅਰ ਕਰ ਸਕਦੇ ਆ। 5 ਮਾਰਕਸ ਦਾ ਕੁਐਸਚਨ ਇਹਦੇ ਵਿੱਚੋਂ ਨਹੀਂ ਆਏਗਾ। ਨੈਕਸਟ ਹੈ ਥਰਮਲ ਪ੍ਰੋਪਰਟੀ ਆਫ ਮੈਟਰ। ਇਹਦੇ ਵਿੱਚੋਂ ਬੱਚੇ 1 ਮਾਰਕਸ ਦੇ 2 ਕੁਐਸਚਨ ਆਉਣਗੇ। ਨਾ ਤਾਂ 2 ਮਾਰਕਸ ਦਾ ਕੋਈ ਕੁਐਸਚਨ ਆਏਗਾ, ਨਾ ਹੀ 3 ਮਾਰਕਸ ਦਾ, ਔਰ ਨਾ ਹੀ 5 ਮਾਰਕਸ ਦਾ ਕੁਐਸਚਨ ਆਏਗਾ। ਇਹਦਾ ਮਤਲਬ ਬੱਚੇ ਥਰਮਲ ਪ੍ਰੋਪਰਟੀ ਆਫ ਮੈਟਰ ਦੇ ਵਿੱਚ CP ਐਂਡ CV ਦਾ ਰਿਲੇਸ਼ਨ ਆਏਗਾ, ਦੈਨ ਹੀਟ, ਟੈਂਪਰੇਚਰ, ਐਲਫਾ ਬੀਟਾ ਗਾਮਾ। ਸੋ ਬੱਚੇ ਸਾਰੇ ਜਿਹੜੇ ਆ 11th ਚੈਪਟਰ ਦੇ ਕੁਐਸਚਨਸ ਆ। ਇਹਦਾ ਮਤਲਬ ਇਹਦੇ ਵਿੱਚ ਲੌਂਗ ਕੁਐਸਚਨ ਨਹੀਂ ਆਏਗਾ। ਸੋ ਤੁਸੀਂ ਐਲਫਾ ਬੀਟਾ ਗਾਮਾ ਲੌਂਗ ਕੁਐਸਚਨ ਲਈ ਛੱਡ ਸਕਦੇ ਆ। CP CV ਰਿਲੇਸ਼ਨਸ਼ਿਪ ਬਿਟਵੀਨ CP ਐਂਡ CV ਇਹ ਵੀ ਤੁਸੀਂ ਸਕਿਪ ਕਰ ਸਕਦੇ ਆ। ਸੋ ਜਿੰਨੇ ਵੀ ਲੌਂਗ ਕੁਐਸਚਨ ਆ ਤੁਸੀਂ ਇਸ ਚੈਪਟਰ ਦੇ ਵਿੱਚੋਂ ਸਕਿਪ ਕਰ ਸਕਦੇ ਆ। ਹੁਣ ਆ ਜਾਓ ਬੱਚੇ ਮੇਨ ਜੋ ਅਸੀਂ ਪ੍ਰਿਪੇਅਰ ਕਰਨਾ ਆ, ਮਕੈਨੀਕਲ ਪ੍ਰੋਪਰਟੀ ਆਫ ਫਲੂਇਡ, ਜਿਹਦੇ ਵਿੱਚੋਂ 5 ਮਾਰਕਸ ਦੇ 2 ਕੁਐਸਚਨਸ ਆਉਣਗੇ। ਦੋਨਾਂ ਦੇ ਵਿੱਚ ਬੱਚੇ ਤੁਹਾਡੇ ਕੋਲ ਚੁਆਇਸ ਹੋਏਗੀ। ਸੋ ਇੱਕ ਵਾਰੀ ਆਪਾਂ ਸਿਲੇਬਸ ਚੈੱਕ ਕਰ ਲੈਂਦੇ ਹਾਂ ਕਿ ਮਕੈਨੀਕਲ ਪ੍ਰੋਪਰਟੀ ਆਫ ਫਲੂਇਡ ਦੇ ਵਿੱਚ ਕਿਹੜੇ ਕਿਹੜੇ ਲੌਂਗ ਕੁਐਸਚਨਸ ਬਣ ਸਕਦੇ ਆ। ਸੋ ਬੱਚੇ ਦੇਖ ਲਓ 7th ਜੋ ਯੂਨਿਟ ਆ ਪ੍ਰੋਪਰਟੀ ਆਫ ਬਲਕ ਮੈਟਰ, ਚੈਪਟਰ ਨੰਬਰ 1 ਆ ਮਕੈਨੀਕਲ ਪ੍ਰੋਪਰਟੀ ਆਫ ਸੋਲਿਡ। ਇਹਦੇ ਵਿੱਚੋਂ ਕੋਈ ਵੀ 5 ਮਾਰਕਸ ਦਾ ਕੁਐਸਚਨ ਨਹੀਂ ਆਏਗਾ। ਇਟ ਮੀਨਸ ਸਟ੍ਰੈਸ ਸਟ੍ਰੇਨ ਜਿਹੜਾ ਆ, ਸਟ੍ਰੈਸ ਸਟ੍ਰੇਨ ਕਰਵ ਹੋ ਗਈ, ਪੋਇਜ਼ਨਸ ਰੇਸ਼ੋ ਹੋ ਗਿਆ, ਯੰਗਸ ਮੋਡੂਲਸ ਸਾਨੂੰ ਪਤਾ ਇਹਦੇ ਲੌਂਗ ਆਰਟੀਕਲ ਮੋਸਟ ਇੰਪੋਰਟੈਂਟ ਹੈ। ਬਟ ਤੁਹਾਡੇ ਐਗਜ਼ਾਮ ਦੇ ਤੁਹਾਡੇ ਪੇਪਰ ਪੁਆਇੰਟ ਆਫ ਵਿਊ ਦੇ ਅਕੋਰਡਿੰਗਲੀ ਇਹਦੇ ਵਿੱਚ ਕੋਈ ਵੀ 3 ਔਰ 5 ਮਾਰਕਸ ਦਾ ਕੁਐਸਚਨ ਨਹੀਂ ਆਏਗਾ। ਸੋ 3 ਔਰ 5 ਮਾਰਕਸ ਦੇ ਲਈ ਤੁਸੀਂ ਲੌਂਗ ਆਰਟੀਕਲ ਸਕਿਪ ਕਰਕੇ ਜਾ ਸਕਦੇ ਆ। ਅਗਰ ਬੱਚੇ ਤੁਹਾਨੂੰ ਪਤਾ ਕਿ +1 ਦਾ ਜੋ ਪੇਪਰ ਹੈ ਉਹ ਤੁਹਾਡੇ ਸਕੂਲ ਟੀਚਰਸ ਹੀ ਪ੍ਰਿਪੇਅਰ ਕਰਨਗੇ, ਇਹਦਾ ਮਤਲਬ ਸਕੂਲ ਟੀਚਰ ਹੀ ਪਾਣਗੇ। ਬਟ ਅਗਰ ਤੁਹਾਡੇ ਟੀਚਰ ਕਹਿੰਦੇ ਆ ਕਿ ਮੈਂ ਇਸ ਚੈਪਟਰ 'ਚੋਂ ਲੌਂਗ ਕੁਐਸਚਨਸ ਪਾਣੇ ਆ ਤਾਂ ਬੱਚੇ ਡੈਫੀਨੇਟਲੀ ਮੋਸਟ ਇੰਪੋਰਟੈਂਟ ਕੁਐਸਚਨਸ ਪੜ੍ਹ ਲੈਣਾ। ਅਗਰ ਤੁਹਾਡੇ ਟੀਚਰ ਜਿਹੜੇ ਆ ਪ੍ਰੋਪਰ ਤੁਹਾਡੀ ਟਾਈਮ ਟੇਬਲ ਤੁਹਾਡੀ ਮਾਰਕਿੰਗ ਸਕੀਮ ਦੇ ਅਕੋਰਡਿੰਗਲੀ ਚੱਲ ਰਹੇ ਆ ਤਾਂ ਬੱਚੇ ਇਹ ਪੂਰੇ ਦਾ ਪੂਰਾ ਚੈਪਟਰ 3 ਔਰ 5 ਮਾਰਕਸ ਦੇ ਲਈ ਤੁਸੀਂ ਸਕਿਪ ਕਰ ਸਕਦੇ ਆ। ਹੁਣ ਆ ਜਾਓ ਮਕੈਨੀਕਲ ਪ੍ਰੋਪਰਟੀ ਆਫ ਫਲੂਇਡ, ਜਿਹਦੇ ਵਿੱਚੋਂ 5 ਮਾਰਕਸ ਦੇ 2 ਕੁਐਸਚਨਸ ਆਉਣਗੇ। ਹੁਣ ਇਹ 2 ਕੁਐਸਚਨਸ ਬੱਚੇ ਕਿਹੜੇ ਕਿਹੜੇ ਹੋ ਸਕਦੇ ਆ। ਨੰਬਰ 1 ਇਜ਼ ਅ ਹਾਈਡ੍ਰੋਲਿਕ ਲਿਫਟ ਐਂਡ ਹਾਈਡ੍ਰੋਲਿਕ ਬ੍ਰੇਕ ਵਿਚ ਇਜ਼ ਮੋਸਟ ਇੰਪੋਰਟੈਂਟ ਫॉर 5 ਮਾਰਕਸ। ਬੱਚੇ ਇਹ 2.5 ਮਾਰਕਸ ਦਾ ਕਹਿ ਲਓ ਕੁਐਸਚਨ ਆ ਸਕਦਾ ਆ। ਸੈਕੰਡ ਕੁਐਸਚਨ ਇਜ਼ ਟਰਮੀਨਲ ਵੈਲੋਸਿਟੀ ਵਿਚ ਇਜ਼ ਦ ਮੋਸਟ ਇੰਪੋਰਟੈਂਟ। ਬੱਚੇ ਦੇ ਨਾਲ 1 ਮਾਰਕਸ ਦੀ ਸਟੋਕਸ ਲਾਅ ਦੀ ਡੈਫੀਨੇਸ਼ਨ ਆ ਸਕਦੀ ਆ। ਨੈਕਸਟ ਆ ਜਾਓ ਬਰਨੌਲਿਸ ਥਿਊਰਮ। ਬੱਚੇ ਬਰਨੌਲਿਸ ਥਿਊਰਮ ਐਗਜ਼ਾਮ ਦੇ ਵਿੱਚ ਆਉਣ ਦੇ ਚਾਂਸਿਸ 70 to 80% ਆ, ਵਿਚ ਇਜ਼ ਦ ਮੋਸਟ ਇੰਪੋਰਟੈਂਟ ਕੁਐਸਚਨ, ਠੀਕ ਹੈ ਜੀ। ਨੈਕਸਟ ਹੈ ਐਕਸੈਸ ਆਫ ਪ੍ਰੈਸ਼ਰ। ਸੋ ਐਕਸੈਸ ਆਫ ਪ੍ਰੈਸ਼ਰ ਬੱਚੇ ਇੰਪੋਰਟੈਂਟ ਕੁਐਸਚਨ ਆ, ਜਿਹਦਾ ਕਿ ਬੱਚੇ ਅਸੀਂ ਇੱਕ ਲਿਕੁਇਡ ਡ੍ਰੌਪ ਵਾਲਾ ਕੀਤਾ ਹੈ ਔਰ ਬਬਲ ਵਾਲਾ ਕੀਤਾ, ਵਿਚ ਇਜ਼ ਮੋਸਟ ਇੰਪੋਰਟੈਂਟ। ਨੈਕਸਟ ਵਨ ਇਜ਼ ਐਕਸੈਸ ਪ੍ਰੈਸ਼ਰ। ਬੱਚੇ ਤੁਹਾਡਾ ਕੈਪਿਲਰੀ ਰਾਈਜ਼ ਵਾਲਾ ਆ, ਜਿਹਨੂੰ ਅਸੀਂ ਬੋਲ ਦਿੰਦੇ ਹਾਂ ਏਸ਼ੀਅਨ ਫਾਰਮੂਲਾ, ਠੀਕ ਹੈ ਬੱਚੇ। ਉਹ ਜਿਹੜਾ ਆ ਮੋਸਟ ਇੰਪੋਰਟੈਂਟ ਹੈ। ਸੋ ਦੇਖਿਆ ਜਾਵੇ ਬੱਚੇ ਗਿਣਤੀ ਦੇ ਲਿਮਿਟਿਡ ਕੁਐਸਚਨ ਆ। 1 ਕੁਐਸਚਨ, ਸੈਕੰਡ ਕੁਐਸਚਨ ਟਰਮੀਨਲ ਵੈਲੋਸਿਟੀ, ਥਰਡ ਕੁਐਸਚਨ ਬਰਨੌਲਿਸ ਥਿਓਰਮ, फोर्थ है बच्चे एक्सेस प्रेशर इन अ लिक्विड ड्रॉप और अ बबल, और फिफ्थ क्वेश्चन है थोड़ा एशियन फॉर्मूला, जिहदे विच बच्चे लिफ्ट और ब्रेक वाला 5 मार्क्स का क्वेश्चन आवे, लैस इंपॉर्टेंट आ 5 मार्क्स के लिए। सो तुसी 4 क्वेश्चन भी बहुत अच्छी तरीके नाल प्रिपेयर करके जाने तो 4 विचों बच्चे एक क्वेश्चन, क्योंकि इन्हां विचों ही चॉइस आएगी। मान लो किसी होर लाइक पास्कल्स लॉ आ गया या फिर सरफेस टेंशन का कोई क्वेश्चन आ गया तो
मतलब बहुत ज़्यादा खुली चॉइस आ तुहाडे कोल। सो आपां क्वेश्चन डिस्कस कर लैंदे कि क्वेश्चन किस फॉर्म दे विच आउणगे, किस वर्डिंग दे विच आउणगे, तो उहदा आंसर असीं किस तरीके दे नाल लिखना है। सो बच्चे असीं फर्स्ट क्वेश्चन डिस्कस करते हैं। डिफाइन कोफिशिएंट ऑफ विस्कोसिटी, स्टेट्स इट्स यूनिट इन एसआई सिस्टम एंड सीजीएस सिस्टम, ऑल्सो फाइंड इट्स डिमेंशन। सो बच्चे 3 मार्क्स का क्वेश्चन हार्डली बन सकता है, बट उन्होंने 5 मार्क्स के विच लिखिया होया। सो ये बच्चे जो नीटा वाला कोफिशिएंट है ना, पूरी डेरीवेशन जी है तुसीं फिर ड्राइव करके आओगे। नैक्सट आ वट डू यू मीन बाय टर्मिनल वेलोसिटी, ड्राइव इट्स एक्सप्रैशन, दिस इज ऑल्सो इंपॉर्टेंट क्वेश्चन। नैक्सट आ जाओ बच्चे टर्मिनल वेलोसिटी नूं ही जिहड़ा क्वेश्चन है वो इस फॉर्म दे विच, इस वर्डिंग दे विच आ सकदा। डिफाइन कोफिशिएंट ऑफ विस्कोसिटी एंड इट्स एसआई यूनिट। On what factors does the terminal velocity of the spherical ball falling through a viscous liquid depends upon, then relation ਤੁਹਾਨੂੰ mention है। आही तो क्वेश्चंस बच्चे इस फॉर्म दे विच देखो, पूरे दा पूरा क्वेश्चन जिहड़ा कंबाइन करके आ सकदा। 2 मार्क्स आ ही, 3 मार्क्स आ ही, सो 5 मार्क्स का टोटल क्वेश्चन हो गया। इस वर्डिंग दे विच भी आ सकदा और इस वर्डिंग दे विच भी। यही क्वेश्चन बच्चे दूसरी फॉर्म दे विच किदां आएगा। Define terminal velocity, show that the terminal velocity v of a spherical sphere of radius r density rho falling vertical through a viscous fluid of density and a coefficient of viscosity is given by। so इस फॉर्म दे विच आ सकदा। सो लास्ट आ बच्चे क्वेश्चन सेम आ, सिर्फ वर्डिंग तुसीं चैक कर सकते हैं कि वर्डिंग जिहड़ी आ डिफरेंट है। क्लीयर हो गया। हुण बच्चे आपां इहदा आंसर चैक कर लैंदे कि इहदा आंसर किस तरीके दे नाल असीं लिखांगे। सो बच्चे अगर स्टोक्स लॉ पूछा जाता, स्टेट एंड एक्सप्लेन स्टोक्स लॉ, सब तो पहला तुसी टर्मिनल वोल्टेज वेलोसिटी की बच्चे डेफिनेशन दोगे, दैन प्रॉपर डेरीवेशन करोगे। अगर बच्चे तुहानू डेरीवेशन नहीं आती तो तुसी मेरे यूट्यूब चैनल की बच्चे प्लेलिस्ट दे विच जाके 7th यूनिट दे विच जिहड़ी आ इहदी प्रॉपर डेरीवेशन देख सकते हैं कि इहदा आंसर किस तरीके नाल आया। नैक्सट आ डिफाइन एंड ड्राइव टर्मिनल वेलोसिटी। टर्मिनल वेलोसिटी बच्चे हुणे तुहानू दस के हटी कि दिस इज़ द मोस्ट इंपॉर्टेंट क्वेश्चन। बच्चे डायग्राम बहुत नीट एंड क्लीन बनानी है, पेंसिल और स्केल दे नाल बच्चे बनानी है, किसी तरीके की कोई भी जिहड़ी ओवर राइटिंग नहीं होनी चाहिए। सो आ रहा बच्चे जो लास्ट दे विच रिलेशन पूछा जाता कि आ वाला रिलेशन ड्राइव करो। सो चाहे टर्मिनल वेलोसिटी आवे, चाहे देन डायरैक्ट रिलेशन आवे। सो तुसी इस तरीके नाल करके आना। आ वाला पोर्शन बच्चे तुसी स्किप कर सकते हैं, ठीक है। अगर उन्होंने कहा कि रो की वैल्यू जी डेंसिटी है वो बहुत ज़्यादा होएगी, दैन जिहड़ा सिग्मा है उन्होंने निगलैक्ट किया जा सकता, तो आंसर आ जाएगा। अदरवाइज इत्थे तक करके आऊँगे तो बच्चे सफिशेंट आ। क्लीयर हो गया राजे, ये क्वेश्चन सबनों क्लीयर हो गए। ये 2 क्वेश्चन है राजे जिहड़े विच इज़ द मोस्ट इंपॉर्टेंट। टर्मिनल वेलोसिटी बच्चे ज़्यादा इंपॉर्टेंट है। नैक्सट बच्चे असीं सैकेंड क्वेश्चन देख लैंदे आ। एक्सप्लेन द टर्म स्ट्रीमलाइन फ्लो एंड टर्बूलेंट फ्लो। स्ट्रीमलाइन फ्लो तो टर्बूलेंट फ्लो बच्चे असीं एक्सप्लेन करनी टर्म्स, मतलब कि हाफ या 1 मार्क्स का क्वेश्चन है। Drive the expression of continuity for steady flow of an incompressible fluid। मतलब तुसी इक्वेशन ऑफ कॉन्टीन्यूटी ड्राइव करनी है, विच इज़ द लैस इंपॉर्टेंट क्वेश्चन। थोड़े एग्जाम के अंदर बच्चे 5 मार्क्स का क्वेश्चन आवे, घट चांसिस आ, बट क्योंकि लिमिटेड क्वेश्चन आ तो असीं छड्ड के कोई नहीं जाना। नैक्सट आ जाओ बच्चे, इनू ये क्वेश्चन इस फॉर्म दे विच भी आ सकता। नैक्सट आ स्टेट एंड प्रूव बर्नौलीज थ्योरम फॉर फ्लूइड एंड राइट द असम्पशंस यूज्ड इन ड्राइविंग इट। दिस इज़ द मोस्ट इंपॉर्टेंट। देखो बच्चे आ भी बर्नौलीज थ्योरम, बर्नौलीज थ्योरम, बर्नौलीज थ्योरम। सो ये बर्नौलीज थ्योरम के क्वेश्चन आ, ये बच्चे असीं नहीं करना, साडी सिलेबस के अंदर नहीं है। सो यही क्वेश्चन बार बार रिपीट होया जिहड़ा कि 5 मार्क्स के क्वेश्चन आ सकता। सो सिमिलरली बच्चे इसदा आंसर चैक कर लैंदे आपां। सो आ रहा बच्चे एक्सप्लेन इक्वेशन ऑफ कॉन्टीन्यूटी। इक्वेशन ऑफ कॉन्टीन्यूटी नूं एक्सप्लेन करांगे। सो बहुत ईजी जिहा बच्चे सिंपल जिहा टॉपिक है, बट लैस इंपॉर्टेंट टॉपिक है, बट असी छड्ड के कोई नहीं जाना क्योंकि साडे कोल लिमिटेड क्वेश्चंस है। नैक्सट है स्टेट एंड प्रूव बर्नौलीज थ्योरम। सो बच्चे बहुत केयरफुली ये क्वेश्चन करना, मोस्ट इंपॉर्टेंट क्वेश्चन है। और काफ़ी बच्चे टैलीग्राम चैनल ते क्वेश्चन सेंड करते हैं कि मैम प्लीज़ चेक कर दो। और तुसी बच्चे थियोरी लिखते ही नहीं, थियोरी नहीं लिखते तो तुहाडे स्कूल टीचर तुहाडे मार्क्स कट लैंदे आ। बाद विच तुसी कहने आ कि मैम तुसी शॉर्ट विच करवाया। बच्चे शॉर्ट विच कुछ नहीं आ, तुसी खुद जिहड़ा आ लाइक प्रूफ आ टू प्रूफ बर्नौलीज थ्योरम, दैन डायग्राम ड्रॉ करो। हुण उन्होंने क्या इत्थे मैंशन किया होया अजम्पशनस। अगर अजम्पशनस दित्तियां है, उन्होंने पूछा बच्चे तुसी लिखोगे द लिक्विड इज़ इनकंप्रैसिबल, द लिक्विड इज़ नॉन विस्कस, द फ्लूइड
the flow of study and the velocity of the liquid is less than the critical velocity of the liquid। ਬੱਚੇ ਇਹ ਤਿੰਨ assumptions ਆ, ਅਗਰ assumptions ਪੁੱਛੀਆਂ ਜਾਣਗੀਆਂ ਤਾਂ ਤੁਸੀਂ ਇਹਨੂੰ skip ਕਰਕੇ ਨਹੀਂ ਆ ਸਕਦੇ। ਔਰ ਲਾਈਕ ਬੱਚੇ ਆ ਮੇਨ ਲਾਈਨਸ ਹੁੰਦੀਆਂ ਆ, ਕੰਸੀਡਰ ਦ ਟਿਊਬ ਏ ਬੀ। ਸੋ ਇਹ ਬੱਚੇ ਤੁਹਾਡੀ ਲੈਂਗੁਏਜ 'ਚ ਤੁਸੀਂ ਕੁਝ ਵੀ ਲਿਖ ਸਕਦੇ ਆ, ਡਾਇਗਰਾਮ ਜੋ ਵੀ ਹੈ ਡਾਇਗਰਾਮ ਬਾਰੇ ਤੁਹਾਨੂੰ ਹਲਕਾ ਫੁਲਕਾ ਲਿਖਣਾ ਹੀ ਪਏਗਾ। P1 ਕੀ ਆ, P2 ਕੀ ਆ, A ਪੁਆਇੰਟ ਕੀ ਆ, B ਪੁਆਇੰਟ ਕੀ ਆ, V2 V1 A1 A2 ਹਰ ਇੱਕ ਚੀਜ਼ ਤੁਹਾਨੂੰ ਮੈਂਸ਼ਨ ਕਰਨੀ ਪਏਗੀ ਇਸ ਤਰੀਕੇ ਨਾਲ। ਅਗਰ ਤੁਸੀਂ ਇਸ ਤਰੀਕੇ ਨਾਲ ਮੈਂਸ਼ਨ ਕਰਨਾ ਇਸ ਤਰੀਕੇ ਨਾਲ ਕਰ ਦਿਓ, ਅਗਰ ਥਿਓਰੀ ਦੀ ਫਾਰਮ ਦੇ ਵਿੱਚ ਕਰਨਾ ਚਾਹੁੰਦੇ ਥਿਓਰੀ ਦੀ ਫਾਰਮ ਦੇ ਵਿੱਚ ਕਰ ਦਿਓ। ਫॉर एग्जांपल P1 and P2 be the pressure at point A and B respectively, A1 A2 is the area of cross section at point A and B respectively। ਸੋ ਤੁਸੀਂ ਥਿਓਰੀ ਦੀ ਫਾਰਮ ਦੇ ਵਿੱਚ ਵੀ ਕਰ ਸਕਦੇ ਆ। क्लियर हो गया। सो बच्चे वर्क डन लिक्विड पर सेकंड एट पॉइंट ए प्रॉपर लाइनस लिखनिया आ, दैन इन्हां पॉइंट्स तो ही असी प्रैशर एनर्जी ड्राइव कर रहे हैं, तो प्रैशर एनर्जी बच्चे तुसी प्रॉपर जड़ी आ लिख के आओगे। डन। सो नैक्सट आ जो वर्क डन बाय प्रैशर एनर्जी। सो देखो हुण मैं तुहानूं प्रॉपर दस रही हाँ कि नेट वर्क डन बाय प्रैशर एनर्जी। ਪ੍ਰੈਸ਼ਰ એનર્ਜੀ ਦੇ ਵਿੱਚ ਬੱਚੇ ਕਿੱਦਾਂ ਆਇਆ, ਪਹਿਲਾਂ ਤੁਸੀਂ ਲਿਖੋਗੇ ਕਿ ਕਿਹੜੀ ਇਕੁਏਸ਼ਨ ਤੋਂ ਆਇਆ, ਦੈਨ ਇਹਨੂੰ ਸੋਲਵ ਕੀਤਾ, ਦੈਨ ਫਾਈਨਲ ਆਨਸਰ ਆਇਆ। ਤੁਸੀਂ ਕੀ ਕਰਦੇ ਆ, ਲਿਖਦੇ ਆ ਨੈਟ ਵਰਕ ਡਨ ਬਾਈ ਪ੍ਰੈਸ਼ਰ, ਡਾਇਰੈਕਟ ਆ ਵਾਲਾ ਆਨਸਰ ਲਿਖਦੇ ਆ। ਸੋ ਸਾਨੂੰ ਨਹੀਂ ਪਤਾ P1 ਕੀ ਆ, P2 ਕੀ ਆ, M ਕਿੱਥੋਂ ਯੂਜ਼ ਕਰ ਰਹੇ, ਰੂ ਕਿੱਥੋਂ, ਇੱਥੇ ਪ੍ਰੋਪਰ ਦੱਸ ਰਹੇ ਆ ਵੀ ਇਕੁਏਸ਼ਨ ਨੰਬਰ 1 ਤੋਂ ਆ ਰਹੀ ਹੈ ਇਹ ਚੀਜ਼। ਜਦੋਂ ਤੁਸੀਂ ਡਾਇਰੈਕਟ ਲਿਖਦੇ ਆ, ਚਾਹੇ ਤੁਹਾਡੇ ਸਰ ਹੋਣ ਚਾਹੇ ਬੱਚੇ ਮੈਂ ਹੋਵਾਂ, अगर मेरे स्टूडेंट्स भी ये चीज़ करनगे डेफिनेटली उन्होंने मार्क्स कट होणगे। सिमिलरली इनक्रीज इन पोटेंशियल एनर्जी ऑफ अ लिक्विड पर सैकेंड। सो बच्चे इस बुक दे विच भी इन्होंने स्किप किया होया, तुसी लिखना है प्रैशर पोटेंशियल एनर्जी एट पॉइंट बी माइनस पोटेंशियल एनर्जी एट पॉइंट ए। अगर तुसी आ चीज़ नहीं बच्चे लिखते तो सानू कित्थों पता चलेगा कि MgH2 और MgH1 कित्थों आया। ये पोटेंशियल एनर्जी एट बी पॉइंट दी आ, बी दी कितनी है MgH2, पोटेंशियल एनर्जी एट ए ते कितनी है MgH1, Mg इज़ अ कॉमन, देन H2 माइनस H1 थोड़ा एक आंसर आ गया। दैन काइनेटिक एनर्जी सॉल्व करूँगे, लास्ट दे विच तुसी लिखना बच्चे पोटेंशियल एनर्जी इक्वेशन जिहड़ी है किस तरीके नाल बनी, प्रैशर एनर्जी प्रैशर। हुण बच्चे इस चीज़ का ध्यान रखो, ਜਿਹੜੇ ਤੁਸੀਂ ਆ ਪੂਰੀ ਲਾਈਨ ਆ ਸਕਿਪ ਕਰ ਦਿੰਦੇ ਆ। ਅਕੋਰਡਿੰਗ ਟੂ ਦਾ ਵਰਕ એનર્ਜੀ ਕੰਜ਼ਰਵੇਸ਼ਨ ਪ੍ਰਿੰਸੀਪਲ, ਵਰਕ ਡਨ ਪਰ ਸੈਕਿੰਡ ਜਿਹੜਾ ਕਿਹਦੇ ਇਕੁਅਲ ਆਏਗਾ, ਪ੍ਰੈਸ਼ਰ એનર્ਜੀ ਇਜ਼ ਇਕੁਅਲਸ ਟੂ ਇਨਕਰੀਜ਼ ਇਨ ਪੋਟੈਂਸ਼ੀਅਲ એનર્ਜੀ ਪਲੱਸ ਕਾਈਨੈਟਿਕ એનર્ਜੀ ਪਰ ਸੈਕਿੰਡ। ਸੋ ਆ ਟਰਮ ਬੱਚੇ ਲਿਖੀ ਹੋਏਗੀ ਤਾਂ ਤੁਸੀਂ ਆ ਟਰਮ ਪੁੱਟ ਕਰੋਗੇ ਨਾ। ਸੋ ਆ ਚੀਜ਼ ਜਿਹੜੀ ਆ ਧਿਆਨ ਨਾਲ ਤੁਸੀਂ ਮੈਥਮੈਟੀਕਲ ਪੋਰਸ਼ਨ ਦੇ ਨਾਲ ਨਾਲ ਬੱਚੇ ਥਿਓਰੀ ਭੁੱਲਣੀ ਨਹੀਂ ਆ, ਥਿਓਰੀ ਤੁਸੀਂ ਕੇਅਰਫੁਲੀ ਲਿਖਣੀ ਆ। ਕਲੀਅਰ ਹੋ ਗਿਆ ਜੀ। ਸੋ ਲਾਸਟ ਜਦੋਂ ਤੁਸੀਂ ਰਿਜ਼ਲਟ ਲਿਖਦੇ ਆ, ਮੋਸਟਲੀ ਸਟੂਡੈਂਟਸ ਦੀ ਗਲਤੀ ਕੀ ਹੁੰਦੀ ਆ, P1 ਓਵਰ ਰੋ ਪਲਸ GH1 ਓਵਰ ਪਲਸ ਹਾਫ V1 ਸਕੁਅਰ इज इक्वल टू कॉन्स्टेंट पा देने बच्चे V1 V2 H2 H1 P1 P2। इक्वेशन सेम आ दोनों तरफ, अगर इक्वेशन सेम आए तो मतलब सारी की सारी टर्म कॉन्स्टेंट आ, ये पैर में 1 या 2 तुसी नहीं पाना, अगर तुसी पा के आने तो वो भी मार्क्स कट्टे जाते हैं। सो दिस इज़ द बर्नौलीज थ्योरम। अदरवाइज तुसी इत्थे तक ही सॉल्व करके आना है। लास्ट दे विच बच्चे मैंशन किया होया है कि P ओवर रो किहदे इक्वल है, GH की चीज़ आ, हाफ V स्क्वेयर किहदे इक्वल है। अगर तुसी आ चीज़ नहीं भी लिखते तो नो प्रॉब्लम, इत्थे तक बच्चे तुसी अच्छे तरीके दे नाल इनू लिख के आना है। क्लीयर हो गया। सो बर्नौलीज थ्योरम बच्चे मोस्ट 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 इंपॉर्टेंट टॉपिक आ, जिन्हों तुसी बहुत ज़्यादा केयरफुली जड़ा है लर्न करना है। क्लीयर हो गया जी। अगर तुसी प्रॉपर स्टैप वाइज इनू समझना चाहते हैं तो बच्चे 7th यूनिट का जो लिंक आ डिस्क्रिप्शन बॉक्स के विच तुहानू मिल जाएगा, बच्चे तुसी बर्नौलीज थ्योरम का लैक्चर सुन सकते हैं। नेक्स्ट मोस्ट इंपॉर्टेंट क्वेश्चन इज ड्राइव एन एशियन फॉर्मूला फॉर द राइज ऑफ लिक्विड इन अ कैपिलरी ट्यूब एंड डिस्कस द रिजल्ट ऑब्टेन। बच्चे बहुत सारे सैंपल पेपर्स के विच तुहानू ये क्वेश्चन मिल जाएगा। सो बच्चे बहुत केयरफुली जड़ा है क्वेश्चन ये वाला रीड आउट करके जाना है। नैक्सट आ एक्सैस प्रैशर इनसाइड अ लिक्विड ड्रॉप सफेरिकल बबल। सो ये भी बच्चे असीं एक बार आंसर देख लैंदे आ। ये 2 क्वेश्चन मोस्ट इंपॉर्टेंट आ, एशियन फॉर्मूला और एक्सैस प्रैशर इनसाइड अ लिक्विड ड्रॉप। सो बच्चे एरिया क्वेश्चन, बच्चे अगर लिक्विड ड्रॉप आएगा, ड्राइव एन एक्सप्रेशन फॉर एक्सेस प्रैशर इनसाइड अ लिक्विड ड्रॉप, दैन बच्चे ये वाला आर्टिकल जिहड़ा तुसीं ड्राइव करना है। ठीक है जी। सो ये आर्टिकल बच्चे थानू मेरे यूट्यूब चैनल के उपर मिल जाएगा। नैक्सट है लिक्विड बबल। बच्चे ये भी आर्टिकल इंपॉर्टेंट है,
ਸੋ ਇਹ ਆਰਟੀਕਲ ਵੀ ਜਿਹੜਾ ਤੁਸੀਂ ਧਿਆਨ ਨਾਲ ਪ੍ਰਪੇਅਰ ਕਰ ਲੈਣਾ। ਕਲੀਅਰ ਹੋ ਗਿਆ ਜੀ। ਸੋ ਬੱਚੇ ਇਹ ਵਾਲਾ ਜੋ ਆਰਟੀਕਲ ਹੈ ਕਾਫੀ ਸਟੂਡੈਂਟਸ ਨੇ ਇਸ ਫਾਰਮ ਦੇ ਵਿੱਚ ਲਿਖਿਆ ਹੋਇਆ। ਸੋ ਐਕੂਰੇਟ ਦੀ ਬੁੱਕ ਨੇ ਵੀ ਜਿਹੜਾ ਆ ਇਸ ਫਾਰਮ ਦੇ ਵਿੱਚ ਇਹ ਕੁਐਸਚਨ ਨੂੰ ਦਿੱਤਾ ਹੋਇਆ। ਬਟ ਅਗਰ ਤੁਸੀਂ ਮੇਰੇ YouTube ਚੈਨਲ ਦੇ ਉੱਪਰ ਜਾ ਕੇ ਦੇਖੋਗੇ ਤਾਂ ਬੱਚੇ ਮੈਂ ਥੋੜੇ ਜਿਹੇ ਹੋਰ ਮੈਥਡ ਨਾਲ ਕਰਾਇਆ ਔਰ ਉਹ ਬਹੁਤ ਜ਼ਿਆਦਾ ਈਜ਼ੀ ਔਰ ਸਿੰਪਲ ਟੌਪਿਕ ਆ। ਸੋ ਏਸ਼ੀਅਨ ਫਾਰਮੂਲੇ ਦਾ ਬੱਚੇ ਮੈਂ ਲਿੰਕ ਜਿਹੜਾ ਆ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਅਲੱਗ ਤੋਂ ਦੇ ਦਿਆਂਗੀ, ਅਦਰਵਾਈਜ਼ ਪਲੇਲਿਸਟ ਦੇ ਵਿੱਚ ਦੇਖ ਸਕਦੇ ਆ। ਉਹ ਵਾਲਾ ਆਰਟੀਕਲ ਬੱਚੇ ਮੈਂ ਬਹੁਤ ਜ਼ਿਆਦਾ ਸਿੰਪਲ ਕਰਵਾਇਆ ਹੋਇਆ, ਤੁਸੀਂ ਉਹ ਜਿਹੜਾ ਆ ਕਰ ਸਕਦੇ ਆ ਅਗਰ ਤੁਹਾਨੂੰ ਇਹ ਵਾਲਾ ਜਿਹੜਾ ਆਰਟੀਕਲ ਆ ਇਹ ਵਾਲਾ ਮੈਥਡ ਆ ਡਿਫਿਕਲਟ ਲੱਗਦਾ। ਬਾਕੀ ਬੱਚੇ ਜ਼ਰੂਰ ਧਿਆਨ ਦਿਓ, ਕਾਫੀ ਟੀਚਰਸ ਇਸ ਤਰ੍ਹਾਂ ਕਹਿੰਦੇ ਆ ਕਿ ਜਿਸ ਤਰੀਕੇ ਨਾਲ ਅਸੀਂ ਕਲਾਸ ਵਿੱਚ ਕਰਵਾਇਆ ਉੱਦਾਂ ਹੀ ਕਰੋ। ਸੋ ਅਗਰ ਤੁਹਾਡੇ ਟੀਚਰਸ ਦੀ ਇੱਦਾਂ ਇਸ ਤਰੀਕੇ ਦੇ ਆ ਕਿ ਉਹ ਕਹਿੰਦੇ ਆ ਕਿ ਜੋ ਅਸੀਂ ਕਰਵਾਇਆ ਉਸ ਤਰੀਕੇ ਨਾਲ ਕਰੋ, ਫਿਰ ਬੱਚੇ ਤੁਸੀਂ ਉਹਨਾਂ ਦਾ ਹੀ ਮੈਥਡ ਫੋਲੋ ਕਰੋਗੇ। ਕਲੀਅਰ ਹੋ ਗਿਆ। ਸੋ ਏਸ਼ੀਅਨ ਫਾਰਮੂਲਾ ਬੱਚੇ 2 ਮੈਥਡਸ ਦੇ ਨਾਲ ਕੀਤਾ ਜਾ ਸਕਦਾ। ਇੱਕ ਇਹ ਮੈਥਡ ਆ ਜੋ ਬੱਚਿਆਂ ਨੂੰ ਮੋਸਟਲੀ ਡਿਫਿਕਲਟ ਲੱਗਦਾ, ਇੱਕ ਬੱਚੇ ਮੇਰਾ ਮੈਥਡ ਹੈ ਔਰ ਤੁਸੀਂ ਉਹ ਵੀ ਅਦਰਵਾਈਜ਼ ਕਰ ਸਕਦੇ ਆ। 100% ਬੱਚੇ ਉਹ ਵੀ ਕਰੈਕਟ ਹੈ। ਸੋ ਬੱਚੇ ਇੰਨੇ ਹੀ ਕੁਐਸਚਨਸ ਆ ਜੋ ਅਸੀਂ ਫਾਈਨਲ ਐਗਜ਼ਾਮ ਦੇ ਲਈ 5 ਮਾਰਕਸ ਦੇ ਕੁਐਸਚਨ ਅੱਛੇ ਤਰੀਕੇ ਨਾਲ ਪ੍ਰਪੇਅਰ ਕਰਾਂਗੇ। ਦੈਨ ਥਰਮਲ ਪ੍ਰੋਪਰਟੀ ਆਫ ਮੈਟਰ ਦੇ ਵਿੱਚੋਂ ਬੱਚੇ ਕੋਈ ਵੀ 5 ਮਾਰਕਸ ਦਾ ਕੁਐਸਚਨ ਨਹੀਂ ਆਏਗਾ। ਇਟ ਮੀਨਸ ਕਿ ਤੁਸੀਂ CP ਐਂਡ CV ਦਾ ਰਿਲੇਸ਼ਨ, ਸਿਮਿਲਰਲੀ ਐਲਫਾ ਬੀਟਾ ਗਾਮਾ ਜੋ ਆ ਇਹ ਚੀਜ਼ਾਂ ਆ ਤੁਸੀਂ ਸਕਿਪ ਕਰਕੇ ਜਾ ਸਕਦੇ ਆ। ਠੀਕ ਹੈ। ਥਰਮਲ ਐਕਸਪੈਂਸ਼ਨ ਆਫ ਸੋਲਿਡਸ ਆ ਬੱਚੇ ਜਿਹਦੇ ਵਿੱਚ ਐਲਫਾ ਬੀਟਾ ਗਾਮਾ ਦਾ ਰਿਲੇਸ਼ਨ ਆਉਂਦਾ ਆ, ਮਤਲਬ ਲੌਂਗ ਆਰਟੀਕਲ ਹੈ। ਲੌਂਗ ਆਰਟੀਕਲ 5 ਮਾਰਕਸ ਦੇ ਲਈ ਤੁਸੀਂ ਸਕਿਪ ਕਰਕੇ ਜਾ ਸਕਦੇ, ਬਟ ਇਹ ਚੈਪਟਰ ਬੱਚੇ ਤੁਸੀਂ ਸਿਰਫ ਔਰ ਸਿਰਫ 1 ਮਾਰਕਸ ਦੇ ਲਈ ਪ੍ਰਪੇਅਰ ਕਰਨਾ। 1 ਮਾਰਕਸ ਦਾ ਬੱਚੇ ਇਹਨਾਂ ਦੇ ਵਿੱਚੋਂ ਕੁਐਸਚਨ ਆਏਗਾ। ਠੀਕ ਹੈ ਜੀ। ਸੋ ਬੱਚੇ ਆਪਣੇ ਵੱਲੋਂ ਹਰ ਇੱਕ ਚੀਜ਼ ਤੁਹਾਨੂੰ ਐਕਸਪਲੇਨ ਕਰ ਦਿੱਤੀ ਗਈ ਹੈ। ਕਿਸੇ ਤਰੀਕੇ ਦੀ ਕੋਈ ਵੀ ਪ੍ਰੋਬਲਮ ਹੋਏਗੀ ਤਾਂ ਤੁਸੀਂ ਪੁੱਛ ਸਕਦੇ ਆ ਟੈਲੀਗ੍ਰਾਮ 'ਤੇ ਵੀ ਔਰ YouTube 'ਤੇ ਵੀ ਕਮੈਂਟ ਕਰਕੇ ਪੁੱਛ ਸਕਦੇ ਆ। ਸੋ ਜਾਂਦੇ ਵੀਡੀਓ ਨੂੰ ਲਾਈਕ ਕਰ ਦਿਓ ਔਰ ਮੈਕਸਿਮਮ ਸ਼ੇਅਰ ਕਰ ਦਿਓ। ਥੈਂਕ ਯੂ ਸੋ ਮਚ।